ਗਰੀਬਾਂ ਨੂੰ ਰਾਸ਼ਨ ਵੀ ਨਹੀਂ ਦਿੱਤਾ ਗਿਆ, ਪਰ 676 ਕਰੋੜ ਦੀਆਂ ਰਿਆਇਤਾਂ ਸ਼ਰਾਬ ਦੇ ਠੇਕੇਦਾਰਾਂ ਨੂੰ ਔਰ 150 ਕਰੋੜ ਦੇ ਕਰੀਬ ਰਿਆਇਤ ਰੇਤੇ ਦੇ ਠੇਕੇਦਾਰਾਂ ਨੂੰ ਦਿੱਤੀ ਗਈ ਹੈ। ਕਰਫਿਊ ਤੇ ਲਾਕਡਾਊਨ ਦੇ ਦੌਰਾਨ ਜਿਹੜਾ ਰਾਸ਼ਨ ਦਾ ਬਹੁਤ ਵੱਡਾ ਘੁਟਾਲਾ ਹੋਇਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਰ ਹਲਕੇ ਦੇ ਵਿੱਚ ਉਹ ਨੀਲੇ ਕਾਰਡ ਲੋਕਾਂ ਦੇ ਜਿਹੜੇ ਆ ਉਹ ਕਾਂਗਰਸੀ ਲੀਡਰਾਂ ਦੀਆਂ ਸਿਫਾਰਿਸ਼ਾਂ ਦੇ ਉੱਤੇ ਕੱਟੇ ਗਏ। ਚਾਹੇ ਦਿਹਾੜੀਦਾਰ ਹੈ, ਚਾਹੇ ਟੈਕਸੀ ਵਾਲੇ ਹੈ, ਚਾਹੇ ਆਟੋ ਵਾਲੇ ਹੈ, ਚਾਹੇ ਰਿਕਸ਼ਾ ਵਾਲੇ ਹੈ, ਚਾਹੇ ਛੋਟਾ ਦੁਕਾਨਦਾਰ ਹੈ, ਚਾਹੇ ਰਾਜ ਮਿਸਤਰੀ ਹੈ, ਸਾਰੇ ਜਿੰਨੇ ਇਸ ਤਰ੍ਹਾਂ ਦੇ ਮਿਹਨਤ ਦੇ ਕੰਮ ਕਰਨ ਵਾਲੇ, ਕੋਈ ਟੈਕਨੀਸ਼ੀਅਨ ਹੈ, ਆਪਰੇਟਰ ਹੈ, ਮਕੈਨਿਕ ਹੈ, ਸਾਰਿਆਂ ਦੇ ਅਸੀਂ ਮੰਗ ਕੀਤੀ ਹੈ ਕਿ 4 ਮਹੀਨੇ ਦੇ ਜਿਹੜੇ ਬਿਜਲੀ ਦੇ, ਸੀਵਰੇਜ ਦੇ ਤੇ ਪਾਣੀ ਦੇ ਬਿੱਲ ਮਾਫ ਕੀਤੇ ਜਾਣ। ਬਹੁਤ ਵੱਡਾ ਬੀਜਾਂ ਦਾ, ਨਕਲੀ ਬੀਜਾਂ ਦਾ ਘੁਟਾਲਾ ਹੋਇਆ। ਅਕਾਲੀ ਦਲ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਤੇ ਇਸ ਮੀਟਿੰਗ ਦੇ ਵਿੱਚ ਅਕਾਲੀ ਦਲ ਕੋਰ ਕਮੇਟੀ ਵੱਲੋਂ ਅਹਿਮ ਮਤੇ ਪਾਸ ਕੀਤੇ ਗਏ ਨੇ, ਜਿਸ ਦੀ ਜਾਣਕਾਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਦਿੱਤੀ ਹੈ। ਤੁਸੀਂ ਵੀ ਜ਼ਰੂਰ ਸੁਣੋ ਡਾਕਟਰ ਦਲਜੀਤ ਸਿੰਘ ਚੀਮਾ ਨੇ ਕੀ ਜਾਣਕਾਰੀ ਦਿੱਤੀ ਹੈ। ਜਿਹੜੀ ਨਵੀਂ ਬਣੀ ਕੋਰ ਕਮੇਟੀ ਹੈ ਉਹਦੀ ਪਹਿਲੀ ਮੀਟਿੰਗ ਹੋਈ ਹੈ ਔਰ ਜਿਹੜੇ ਕੁਝ ਮਹੱਤਵਪੂਰਨ ਫੈਸਲੇ ਅੱਜ ਦੀ ਮੀਟਿੰਗ 'ਚ ਲਏ ਗਏ ਆ ਉਹ ਮੈਂ ਤੁਹਾਡੇ ਨਾਲ ਸਾਂਝੇ ਕਰਨ ਲੱਗਿਆ। ਇੱਕ ਤਾਂ ਜਿਹੜੇ ਬਹੁਤ ਸਾਰੇ ਵੱਡੇ ਮਸਲੇ ਪੰਜਾਬ ਦੇ, ਬੜੇ ਵੱਡੇ ਸਕੈਂਡਲ ਜਿਹੜੇ ਪਿਛਲੇ ਕਈ ਦਿਨਾਂ ਤੋਂ ਅਖਬਾਰਾਂ ਦੇ ਵਿੱਚ ਛਪ ਰਹੇ ਆ, ਉਹਨਾਂ ਮੁੱਦਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਔਰ ਭਾਰਤੀ ਜਨਤਾ ਪਾਰਟੀ ਦੇ ਸੂਬੇ ਦੇ ਪ੍ਰਧਾਨ ਸਾਹਿਬ ਸ਼੍ਰੀ ਅਸ਼ਵਨੀ ਸ਼ਰਮਾ ਜੀ ਪਰਸੋਂ ਸਵੇਰੇ 11 ਵਜੇ 11 ਤਰੀਕ ਨੂੰ 11 ਵਜੇ ਪੰਜਾਬ ਦੇ ਮਾਨਯੋਗ ਗਵਰਨਰ ਸਾਹਿਬ ਨੂੰ ਮਿਲ ਕੇ ਇੱਕ ਡਿਟੇਲਡ ਮੈਮੋਰੈਂਡਮ ਜਿਹੜਾ ਉਹ ਸਬਮਿਟ ਕਰਨਗੇ ਔਰ ਜਿਹੜੇ ਮਹੱਤਵਪੂਰਨ ਸਕੈਂਡਲ ਆ ਉਹਨਾਂ ਦੀ ਨਿਰਪੱਖ ਜਾਂਚ ਕਰਨ ਦੀ ਜਿਹੜੀ ਮੰਗ ਆ ਉਹ ਕਰਨਗੇ। ਜਿਹੜੇ ਮੁੱਦੇ ਇਹਦੇ ਵਿੱਚ ਸ਼ਾਮਲ ਕੀਤੇ ਗਏ ਆ ਦੋਵਾਂ ਪਾਰਟੀਆਂ ਵੱਲੋਂ, ਉਹਦੇ ਵਿੱਚ ਇੱਕ ਤਾਂ ਜਿਹੜਾ ਸਰਕਾਰੀ ਖਜ਼ਾਨੇ ਨੂੰ 5600 ਕਰੋੜ ਦਾ ਚੂਨਾ ਲੱਗਿਆ, ਨਜਾਇਜ਼ ਸ਼ਰਾਬ ਦੀ ਵਿਕਰੀ ਕਰਕੇ, ਸ਼ਰਾਬ ਦੀਆਂ ਨਕਲੀ ਫੈਕਟਰੀਆਂ ਕਰਕੇ, ਰੇਤਾਂ ਦੇ ਠੇਕੇਦਾਰਾਂ ਨਾਲ ਮਿਲੀ ਭੁਗਤ ਕਰਕੇ 5600 ਕਰੋੜ ਦਾ ਰੈਵਨਿਊ ਲਾਸ ਜਿਹੜਾ ਉਹ ਮੁੱਖ ਮੁੱਦਾ। ਇੱਕ ਜਿਹੜੀਆਂ ਵੱਡੀਆਂ ਰਿਆਇਤਾਂ ਸ਼ਰਾਬ ਦੇ ਠੇਕੇਦਾਰਾਂ ਨੂੰ ਦਿੱਤੀਆਂ ਗਈਆਂ, ਗਰੀਬਾਂ ਨੂੰ ਰਾਸ਼ਨ ਵੀ ਨਹੀਂ ਦਿੱਤਾ ਗਿਆ, ਪਰ 676 ਕਰੋੜ ਦੀਆਂ ਰਿਆਇਤਾਂ ਸ਼ਰਾਬ ਦੇ ਠੇਕੇਦਾਰਾਂ ਨੂੰ ਔਰ 150 ਕਰੋੜ ਦੇ ਕਰੀਬ ਰਿਆਇਤ ਰੇਤੇ ਦੇ ਠੇਕੇਦਾਰਾਂ ਨੂੰ ਦਿੱਤੀ ਗਈ ਹੈ, ਇਹ ਵੀ ਉਸ ਮੁੱਦੇ 'ਚ ਸ਼ਾਮਲ ਹੈ। ਇੱਕ ਕਰਫਿਊ ਤੇ ਲਾਕਡਾਊਨ ਦੇ ਦੌਰਾਨ ਜਿਹੜਾ ਰਾਸ਼ਨ ਦਾ ਬਹੁਤ ਵੱਡਾ ਘੁਟਾਲਾ ਹੋਇਆ ਕਿ ਜਿਹੜਾ ਕੇਂਦਰ ਸਰਕਾਰ ਵੱਲੋਂ ਰਾਸ਼ਨ ਗਰੀਬ ਲੋਕਾਂ ਵੱਲ ਭੇਜਿਆ ਗਿਆ ਸੀ, ਉਹਦੇ ਵਿੱਚ ਬਹੁਤ ਵੱਡੀ ਧਾਂਦਲੀ ਹੋਈ ਹੈ। ਉਹਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਜਾਏਗੀ। ਇੱਕ ਪੰਜਾਬ ਦੇ ਵਿੱਚ ਗਰੀਬ ਵਰਗ ਦੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਵੇਲੇ ਨੀਲੇ ਕਾਰਡ ਬਣੇ ਸੀ, ਉਹ ਸਿਆਸੀ ਕਾਰਨਾਂ ਕਰਕੇ ਬਹੁਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਰ ਹਲਕੇ ਦੇ ਵਿੱਚ ਉਹ ਨੀਲੇ ਕਾਰਡ ਲੋਕਾਂ ਦੇ ਜਿਹੜੇ ਆ ਉਹ ਕਾਂਗਰਸੀ ਲੀਡਰਾਂ ਦੀਆਂ ਸਿਫਾਰਿਸ਼ਾਂ ਦੇ ਉੱਤੇ ਕੱਟੇ ਗਏ। ਉਹ ਵੀ ਮੁੱਦਾ ਜਿਹੜਾ ਕਿਉਂਕਿ ਬਹੁਤ ਵੱਡਾ ਬਣ ਚੁੱਕਿਆ, ਲੱਖਾਂ ਦੇ ਵਿੱਚ ਗਰੀਬ ਲੋਕ ਜਿਹੜੇ ਨੀਲੇ ਕਾਰਡ ਵਾਲੇ ਉਹਦੇ 'ਚ ਪ੍ਰਭਾਵਿਤ ਹੋਏ ਆ, ਉਹ ਵੀ ਮੁੱਦਾ ਗਵਰਨਰ ਸਾਹਿਬ ਦੇ ਅੱਗੇ ਰੱਖਿਆ ਜਾਏਗਾ। ਇੱਕ ਜਿੰਨੇ ਪੰਜਾਬ ਦੇ ਗਰੀਬ ਤੇ ਮੱਧ ਵਰਗੀ ਪਰਿਵਾਰ ਹੈ, ਉਹਨਾਂ ਦੇ 4 ਮਹੀਨੇ ਦੇ ਬਿਜਲੀ ਦੇ ਬਿੱਲ, ਸੀਵਰੇਜ ਦੇ ਬਿੱਲ, ਪਾਣੀ ਦੇ ਬਿੱਲ ਜਿਹੜੇ ਮਾਫ ਕਰਨ ਵਾਸਤੇ, ਕਿਉਂਕਿ ਕਮਾਈ ਦੇ ਸਾਧਨ ਜਿਹੜੇ ਜਿੰਨੇ ਵੀ, ਚਾਹੇ ਦਿਹਾੜੀਦਾਰ ਹੈ, ਚਾਹੇ ਟੈਕਸੀ ਵਾਲੇ ਹੈ, ਚਾਹੇ ਆਟੋ ਵਾਲੇ ਹੈ, ਚਾਹੇ ਰਿਕਸ਼ਾ ਵਾਲੇ ਹੈ, ਚਾਹੇ ਛੋਟਾ ਦੁਕਾਨਦਾਰ ਹੈ, ਚਾਹੇ ਰਾਜ ਮਿਸਤਰੀ ਹੈ, ਸਾਰੇ ਜਿੰਨੇ ਇਸ ਤਰ੍ਹਾਂ ਦੇ ਮਿਹਨਤ ਦੇ ਕੰਮ ਕਰਨ ਵਾਲੇ, ਕੋਈ ਟੈਕਨੀਸ਼ੀਅਨ ਹੈ, ਆਪਰੇਟਰ ਹੈ, ਮਕੈਨਿਕ ਹੈ, ਸਾਰਿਆਂ ਦੇ ਅਸੀਂ ਮੰਗ ਕੀਤੀ ਹੈ ਕਿ 4 ਮਹੀਨੇ ਦੇ ਜਿਹੜੇ ਬਿਜਲੀ ਦੇ, ਸੀਵਰੇਜ ਦੇ ਤੇ ਪਾਣੀ ਦੇ ਬਿੱਲ ਮਾਫ ਕੀਤੇ ਜਾਣ। ਇੱਕ ਗੰਨੇ ਦੇ ਬਕਾਏ ਜਿਹੜੇ ਕਿਸਾਨਾਂ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਪੈਂਡਿੰਗ ਹੈ, 300 ਦੇ ਕਰੋੜ ਕੋਆਪਰੇਟਿਵ ਮਿਲਾਂ ਦਾ ਔਰ ਇੰਨਾ ਹੀ ਅਮਾਊਂਟ ਜਿਹੜਾ ਪ੍ਰਾਈਵੇਟ ਮਿਲਾਂ ਦਾ ਪੈਂਡਿੰਗ ਹੈ। ਕਈ ਵਾਰੀ ਅਸੀਂ ਧਰਨੇ ਵੀ ਲਾਏ ਆ
ਲੇਕਿਨ ਹਾਲੇ ਤੱਕ ਕਿਸਾਨਾਂ ਦੇ ਗੰਨੇ ਦੇ ਪੈਸੇ ਨਹੀਂ ਮਿਲੇ, ਉਹ ਵੀ ਬੀਜ ਸ਼ਾਮਲ ਹੈ। ਇੱਕ ਜਿਹੜਾ ਬਹੁਤ ਵੱਡਾ ਬੀਜਾਂ ਦਾ ਨਕਲੀ ਬੀਜਾਂ ਦਾ ਘੁਟਾਲਾ ਹੋਇਆ, ਜਿਹਦੇ ਵਿੱਚ ਕੁਝ ਗ੍ਰਿਫਤਾਰੀਆਂ ਹੋਈਆਂ, ਕਈ ਸਟੇਟਾਂ ਦੇ ਕਿਸਾਨ ਜਿਹੜੇ ਆ ਉਹ ਲੁੱਟੇ ਗਏ ਆ। ਉਹਦੀ ਜਿਹੜੀ ਉੱਚ ਪੱਧਰੀ ਜਾਂਚ ਦੀ CBI ਜਾਂਚ ਦੀ ਮੰਗ ਜਿਹੜੀ ਆ ਉਹ ਕੀਤੀ ਜਾਏਗੀ। ਇੱਕ ਪੰਜਾਬ ਦੇ ਵਿੱਚ ਜਿਹੜੀ ਅਮਨ ਕਾਨੂੰਨ ਦੀ ਮਾੜੀ ਹਾਲਤ ਤੇ ਝੂਠੇ ਪਰਚੇ, ਸਿਆਸੀ ਕਤਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਹੋਏ ਆ, ਉਹ ਵੀ ਮੁੱਦਾ ਉਹਦੇ 'ਚ ਸ਼ਾਮਲ ਹੈ। ਇੱਕ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਪ੍ਰੈਸ ਦੀ ਆਜ਼ਾਦੀ ਦੇ ਉੱਤੇ ਵੱਡੇ ਹਮਲੇ ਹੋਏ, ਬਹੁਤ ਸਾਰੇ ਪੱਤਰਕਾਰਾਂ ਦੇ ਉੱਤੇ ਝੂਠੇ ਪਰਚੇ ਦਰਜ ਕੀਤੇ ਗਏ ਉਹਨਾਂ ਤੇ ਦਬਾਅ ਪਾਉਣ ਵਾਸਤੇ, ਉਹ ਵੀ ਮਸਲਾ ਉਹਦੇ ਵਿੱਚ ਰੱਖਿਆ ਗਿਆ। ਔਰ ਇੱਕ ਹੋਰ ਬੜਾ ਮਹੱਤਵਪੂਰਨ ਮਸਲਾ ਹੈ ਕਿ ਜਿਹੜੇ ਮੈਡੀਕਲ ਕਾਲਜਾਂ ਦੇ ਵਿਦਿਆਰਥੀ ਆ, ਉਹਨਾਂ ਦੇ 80% ਤੱਕ ਜਿਹੜੀਆਂ ਫੀਸਾਂ ਵਧਾਈਆਂ ਗਈਆਂ, ਜਿਹਦੇ ਨਾਲ ਆਮ ਪਰਿਵਾਰਾਂ ਦੇ ਜਿਹੜੇ ਆ ਮੱਧ ਵਰਗੀ ਪਰਿਵਾਰਾਂ ਦੇ ਬੱਚੇ ਜਿਹੜੇ ਆ ਉਹ ਡਾਕਟਰ ਅੱਗੇ ਤੋਂ ਨਹੀਂ ਬਣ ਸਕਣਗੇ। ਔਰ ਇੱਕ ਜਿਹੜੇ ਇੰਟਰਨ ਨੇ ਉਹਨਾਂ ਦਾ ਜਿਹੜਾ ਸਟਾਈਪੈਂਡ ਆ ਉਹ ਵੀ ਪੰਜਾਬ ਦੇ ਵਿੱਚ ਬਾਕੀ ਸਾਰੀਆਂ ਸਟੇਟਾਂ ਨਾਲੋਂ ਘੱਟ ਆ। ਉਹ ਵੀ ਮਸਲਾ ਜਿਹੜਾ ਅਸੀਂ ਗਵਰਨਰ ਸਾਹਿਬ ਦੇ ਅੱਗੇ ਜਿਹੜਾ ਉਹ ਕੱਲ੍ਹ ਲਿਖਤੀ ਰੂਪ ਦੇ ਵਿੱਚ ਲੈ ਕੇ ਜਾਵਾਂਗੇ ਕਿ ਜਿਹੜਾ ਵੀ ਸਟਾਈਪੈਂਡ ਦਾ ਇਸ਼ੂ ਹੈ, ਜੂਨੀਅਰ ਡਾਕਟਰਸ ਦਾ, ਇੰਟਰਨਸ ਦਾ ਔਰ MBBS ਦੇ ਵਿਦਿਆਰਥੀਆਂ ਦੀਆਂ ਫੀਸਾਂ, ਇਹ ਸਾਰੇ ਮੁੱਦੇ ਇਹ ਡਿਟੇਲਡ ਮੈਮੋਰੈਂਡਮ ਜਿਹੜਾ ਇਹ ਦੋਵਾਂ ਪਾਰਟੀਆਂ ਦੇ ਪ੍ਰਧਾਨ ਸਾਹਿਬ ਗਵਰਨਰ ਸਾਹਿਬ ਨੂੰ ਪਰਸੋਂ ਸਵੇਰੇ 11 ਵਜੇ ਦੇਣਗੇ। ਇੱਕ ਉਚੇਚੇ ਤੌਰ ਤੇ ਸਾਰੀ ਕਮੇਟੀ ਨੇ ਇੱਕ ਰੈਜੂਲੇਸ਼ਨ ਕਰਕੇ ਕਿ ਪ੍ਰਧਾਨ ਮੰਤਰੀ ਜੀ ਦਾ, ਗਡਕਰੀ ਸਾਹਿਬ ਦਾ ਔਰ ਉਚੇਚੇ ਤੌਰ ਤੇ ਬੀਬਾ ਹਰਸਿਮਰਤ ਕੌਰ ਜੀ ਬਾਦਲ ਦਾ ਧੰਨਵਾਦ ਕੀਤਾ ਹੈ ਕਿ ਜਿਹੜਾ ਬਹੁਤ ਵੱਡਾ ਇੱਕ 60,000 ਕਰੋੜ ਦਾ ਪ੍ਰੋਜੈਕਟ ਜਿਹੜਾ ਦਿੱਲੀ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਕਟਰਾ ਦੇ ਨਾਲ ਜੋੜਨ ਵਾਸਤੇ ਬਣਨਾ, ਉਹਨੂੰ ਜਿਹੜੀ ਪ੍ਰਵਾਨਗੀ ਮਿਲੀ ਹੈ, ਇਹ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਦਾ ਸ਼ੁਰੂ ਕੀਤਾ ਹੋਇਆ ਸੀ, ਹੁਣ ਉਹਨੂੰ ਫਾਈਨਲ ਮਿਲਿਆ ਔਰ ਉਹਦੇ ਨਾਲ ਇੱਕ ਧਾਰਮਿਕ ਸਰਕਟ ਵੀ ਜੋੜਿਆ ਗਿਆ। ਨਕੋਦਰ ਤੋਂ ਗੋਇੰਦਵਾਲ ਸਾਹਿਬ, ਤਰਨਤਾਰਨ ਸਾਹਿਬ, ਖਡੂਰ ਸਾਹਿਬ, ਸ਼੍ਰੀ ਅੰਮ੍ਰਿਤਸਰ ਵਾਲੇ ਪਾਸੇ ਨੂੰ, ਉਹਦੇ ਵਾਸਤੇ ਉਚੇਚੇ ਤੌਰ ਤੇ ਧੰਨਵਾਦ ਕੀਤਾ ਗਿਆ। ਇੱਕ ਜਿਹੜੀ ਖਾਸ ਤੌਰ ਤੇ ਮੰਗ ਰੱਖੀ ਗਈ ਹੈ ਕਿ ਲੇਬਰ ਦੇ ਇੱਥੋਂ ਚਲੇ ਜਾਣ ਕਰਕੇ ਜਿਹੜੀ ਝੋਨੇ ਦੀ ਲਵਾਈ ਆ ਬਹੁਤ ਮਹਿੰਗੀ ਹੋ ਗਈ, ਉਹਦੇ 'ਚ ਕਿਸਾਨ ਨੂੰ ਬਹੁਤ ਵੱਡਾ ਲਾਸ ਹੋ ਰਿਹਾ। ਸੋ ਪੰਜਾਬ ਸਰਕਾਰ ਨੂੰ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸਟੇਟ ਦਾ ਡਿਜ਼ਾਸਟਰ ਰਿਲੀਫ ਫੰਡ ਹੈ, ਕਿਉਂਕਿ ਇਹ ਵੀ ਉਸੇ ਡਿਜ਼ਾਸਟਰ ਦਾ ਹਿੱਸਾ ਹੈ ਕਿ ਲੇਬਰ ਨੂੰ ਮਾਈਗ੍ਰੇਟ ਹੋਣਾ ਪਿਆ, ਤੇ ਘੱਟੋ ਘੱਟ 3000 ਰੁਪਏ ਪ੍ਰਤੀ ਏਕੜ ਸਾਰੇ ਕਿਸਾਨਾਂ ਨੂੰ ਜਿਹੜਾ ਉਹ ਮੁਆਵਜ਼ਾ ਦਿੱਤਾ ਜਾਏ ਝੋਨੇ ਦੀ ਲਵਾਈ ਦਾ, ਤਾਂ ਜੋ ਉਹਨਾਂ ਦਾ ਜਿਹੜਾ ਨੁਕਸਾਨ ਹੈ ਉਹ ਆਉਣ ਵਾਲੇ ਸਮੇਂ ਤੋਂ ਨਾ ਹੋਵੇ। ਇੱਕ ਜਿੰਨੇ ਨਕਲੀ ਬੀਜ ਤੋਂ ਕਿਸਾਨ ਪ੍ਰਭਾਵਿਤ ਹੋਏ ਆ, ਉਹਦੀ ਵੀ ਸਾਰੀ ਅਸੈਸਮੈਂਟ ਕਰਕੇ ਜਿਹੜੇ ਕਿਸਾਨ ਇਹਦੇ 'ਚ ਸਕੈਂਡਲ 'ਚ ਲੁੱਟੇ ਗਏ ਆ, ਉਹਨਾਂ ਦੀ ਵੀ ਭਰਪਾਈ ਜਿਹੜੀ ਆ ਉਹ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਆ। ਇੱਕ ਜਿਹੜੀ ਸੂਬੇ ਦੇ ਵਿੱਚ ਕਰੋਨਾ ਮਹਾਮਾਰੀ ਦੇ ਕੇਸ ਲਗਾਤਾਰ ਵੱਧ ਰਹੇ ਔਰ ਥੋੜੇ ਦਿਨਾਂ ਦੇ ਵਿੱਚ ਫਿਰ ਮੌਤਾਂ ਦੀ ਗਿਣਤੀ ਕਾਫੀ ਵਧੀ ਆ, ਉਹਦੇ 'ਤੇ ਵੀ ਗਹਿਰੀ ਚਿੰਤਾ ਦਾ ਪ੍ਰਗਟਾਵਾ ਜਿਹੜਾ ਅੱਜ ਕੋਰ ਕਮੇਟੀ ਨੇ ਕੀਤਾ। ਔਰ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਸਰਕਾਰੀ ਹਸਪਤਾਲਾਂ ਦੀ ਹਾਲਤ ਨੂੰ ਸੁਧਾਰਿਆ ਜਾਵੇ, ਜਿਹੜੀਆਂ ਮਰੀਜ਼ਾਂ ਨੂੰ ਉੱਥੇ ਉਹਨਾਂ ਦੀ ਤਕਲੀਫਾਂ ਆ ਰਹੀਆਂ, ਦਿੱਕਤ ਇਲਾਜ ਦੇ ਵਿੱਚ ਉਹਨੂੰ ਹੋਰ ਬੈਟਰ ਕੀਤਾ ਜਾਵੇ, ਔਰ ਜਿਹੜੇ ਕੁਆਰੰਟੀਨ ਦੇ ਵਿੱਚ ਮੁਸ਼ਕਲਾਂ ਲੋਕਾਂ ਨੂੰ ਆ ਰਹੀਆਂ ਉਹਦੇ 'ਤੇ ਸਰਕਾਰ ਧਿਆਨ ਦੇਵੇ, ਕਿਉਂਕਿ ਇਸ ਵੇਲੇ ਲੱਗਦਾ ਕਿ ਸਰਕਾਰ ਟੋਟਲੀ ਹੈਲਥ ਸਿਸਟਮ ਜਿਹੜਾ ਸੂਬੇ ਦਾ ਉਹ ਫੇਲ ਹੋ ਗਿਆ। ਇਸ ਲਈ ਗਿਣਤੀ ਵੀ ਵੱਧ ਰਹੀ ਹੈ ਤੇ ਸਰਕਾਰ ਨੂੰ ਅਸੀਂ ਜਗਾਉਣਾ ਚਾਹੁੰਦੇ ਹਾਂ ਕਿ ਉਹ ਇਕੱਲੀ ਬਿਆਨਬਾਜ਼ੀ ਤੱਕ ਸੀਮਤ ਨਾ ਰਹੇ, ਇਹਨਾਂ ਚੀਜ਼ਾਂ ਦੇ ਉੱਤੇ ਜਿਹੜੀ ਹੈਗਾ ਕੰਟਰੋਲ ਵੀ ਕਰੇ, ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ। ਬਿਊਰੋ ਰਿਪੋਰਟ, ਤਾਜ਼ਾ ਖਬਰ 24।